ਸਤਿ ਸ਼੍ਰੀ ਅਕਾਲ ਜੀ। ਰੋਜ਼ਾਨਾ ਸਪੋਕਸਮੈਨ ਤੇ ਤੁਹਾਡੇ ਸਭ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਗੁਰਸ਼ਰਨ ਕੌਰ ਤੇ ਅੱਜ ਆਪਾਂ ਇਸ ਟਾਈਮ ਤੇ ਮੁੱਖ ਖਬਰ ਹੈ ਜਿਹੜੀ ਉਸ ਬਾਰੇ ਗੱਲ ਕਰਨੀ ਹੈ, ਜੋ ਕਿ ਤ੍ਰਿਪੁਰਾ ਦੇ ਸੀਐਮ ਨੇ ਪੰਜਾਬੀਆਂ ਬਾਰੇ, ਸਰਦਾਰਾਂ ਬਾਰੇ ਅਤੇ ਹਰਿਆਣਾ ਦੇ ਜਾਟਾਂ ਬਾਰੇ ਇੱਕ ਵਿਵਾਦਿਤ ਬਿਆਨ ਦਿੱਤਾ ਸੀ। ਉਸ ਵਿਵਾਦਿਤ ਬਿਆਨ ਤੋਂ ਬਾਅਦ ਚਾਰੇ ਪਾਸੇ ਹੜਕੰਪ ਮਚ ਗਿਆ ਅਤੇ ਸਿੱਖਾਂ ਦੇ ਵਿੱਚ ਕਾਫੀ ਦੁੱਖ ਅਤੇ ਰੋਸ ਪਾਇਆ ਜਾ ਰਿਹਾ ਹੈ। ਦਰਅਸਲ ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਕੁਮਾਰ ਦੇਵ ਨੇ ਅੱਜ ਸਿੱਖਾਂ ਤੇ ਜਾਟਾਂ ਬਾਰੇ ਵਿਵਾਦਿਤ ਬਿਆਨ ਦਿੱਤਾ। ਅਸੀਂ ਤੁਹਾਨੂੰ ਦੱਸਦੇ ਹਾਂ ਖਾਸ ਤੌਰ ਤੇ ਉਸ ਬਿਆਨ ਦੇ ਵਿੱਚ ਆਖਿਰ ਅਜਿਹਾ ਕੀ ਸੀ। ਤਾਂ ਸੀਐਮ ਬਿਪਲਬ ਕੁਮਾਰ ਦੇਵ ਨੇ ਕਿਹਾ ਸੀ ਕਿ ਜੇਕਰ ਅਸੀਂ ਪੰਜਾਬ ਦੇ ਲੋਕਾਂ ਦੀ ਗੱਲ ਕਰੀਏ ਤਾਂ ਅਸੀਂ ਕਹਿੰਦੇ ਹਾਂ ਉਹ ਇੱਕ ਪੰਜਾਬੀ ਹੈ, ਇੱਕ ਸਰਦਾਰ ਹੈ। ਸਰਦਾਰ ਕਿਸੇ ਤੋਂ ਨਹੀਂ ਡਰਦਾ, ਉਹ ਬਹੁਤ ਮਜ਼ਬੂਤ ਹੁੰਦੇ ਹਨ ਪਰ ਦਿਮਾਗ ਘੱਟ ਹੁੰਦਾ। ਉਹਨਾਂ ਦੀ ਕਹੀ ਇਸ ਗੱਲ ਤੇ ਵਿਵਾਦ ਜਾਰੀ ਹੈ ਕਿ ਉਹਨਾਂ ਨੇ ਕਿਹਾ ਕਿ ਉਹ ਸਰਦਾਰਾਂ ਦੇ ਕੋਲ ਦਿਮਾਗ ਘੱਟ ਹੁੰਦਾ। ਹਾਲਾਂਕਿ ਇਸ ਤੋਂ ਬਾਅਦ ਬਹੁਤ ਸਾਰੇ ਵੱਡੇ ਲੀਡਰਾਂ ਨੇ ਇਸ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਲੋਕਾਂ ਦੇ ਵਿੱਚ ਕਾਫੀ ਦੁੱਖ ਹੈ, ਸਿੱਖਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ। ਪਰ ਸਾਰਾ ਕੁਝ ਤੁਹਾਨੂੰ ਦਿਖਾਉਣ ਤੋਂ ਪਹਿਲਾਂ ਸੁਣਾਵਾਂਗੇ ਬਿਪਲਬ ਦੇਵ ਦਾ ਇਹ ਬਿਆਨ, ਜੋ ਕਿ ਅੱਜ ਸਵੇਰੇ ਤ੍ਰਿਪੁਰਾ ਦੇ ਸੀਐਮ ਨੇ ਦਿੱਤਾ ਹੈ, ਜਿਸ ਤੋਂ ਬਾਅਦ ਕਿ ਕਾਫੀ ਜ਼ਿਆਦਾ ਸਿੱਖਾਂ ਦੇ ਵਿੱਚ ਦੁੱਖ ਹੈ। বুদ্ধিতে पंगा ना বাঙালিদের একটা পরিচয় আছে পুরো ভারতবর্ষের মধ্যে কি পুরো বুদ্ধিমান দিমাগের প্রত্যেক জাতি প্রত্যেক ব্যবস্থা প্রত্যেক কোনা একটা अरे बाप रे सरदार तो किसको डरता ही नहीं, इनके दिमाग कम होता है किंतु ताकत बहुत होता है और उनको ताकत से जीता नहीं जा सकता, उनको प्रेम से जीता जा सकता है। कहा बच्चों मैंने कहा सही है क्या नहीं? ऐसा हरियाणा में जाट प्रचुर আছে, तो हरियाणा जाटाদের বিষয় বলে जाटाদের উপর दिमाग कम থাকে, কিন্তু হৃষ্টপুষ্ট বাংলা যদি जाटे সঙ্গে নেয় ਤਾਂ ਤੁਸੀਂ ਉਹਨਾਂ ਦਾ ਇਹ ਬਿਆਨ ਤਾਂ ਸੁਣ ਲਿਆ, ਪਰ ਇੱਕ ਗੱਲ ਨੂੰ ਜ਼ਰੂਰ ਧਿਆਨ ਵਿੱਚ ਰੱਖਿਓ ਕਿ ਉਹਨਾਂ ਨੇ ਕਿਹਾ ਮੈਂ ਤੁਹਾਨੂੰ ਹਰਿਆਣਾ ਦੇ ਜਾਟਾਂ ਬਾਰੇ ਦੱਸਦਾ ਹਾਂ। ਇਹਦੇ ਵਿੱਚ ਕਿਸੇ ਦਾ ਹਵਾਲਾ ਨਹੀਂ ਦਿੱਤਾ ਗਿਆ। ਉਹਨਾਂ ਨੇ ਸਾਫ਼ ਤੌਰ ਤੇ ਇਹੀ ਕਿਹਾ ਹੈ ਕਿ ਮੈਂ ਤੁਹਾਨੂੰ ਹਰਿਆਣਾ ਦੇ ਜਾਟਾਂ ਬਾਰੇ ਦੱਸਦਾ ਹਾਂ। ਇਸ ਤੋਂ ਇਲਾਵਾ ਤੁਸੀਂ ਸੁਣਿਆ ਕਿ ਕਿਵੇਂ ਉਹਨਾਂ ਨੇ ਬਿਆਨਬਾਜ਼ੀ ਕੀਤੀ ਹੈ, ਬੇਤੁਕੀ ਬਿਆਨਬਾਜ਼ੀ ਕੀਤੀ ਹੈ, ਜਿਸ ਤੋਂ ਬਾਅਦ ਸਿੱਖਾਂ ਦੇ ਵਿੱਚ ਰੋਸ ਹੋਣਾ ਲਾਜ਼ਮੀ ਹੀ ਸੀ ਅਤੇ ਇਹ ਜਾਇਜ਼ ਵੀ ਹੈ। ਤੇ ਇਸ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਜੇ ਕਿਸੇ ਕੋਲ ਦਿਮਾਗ ਦੀ ਕਮੀ ਹੈ ਤਾਂ ਬਿਪਲਬ ਦੇਵ ਕੋਲ ਹੈ। ਇਹ ਪਲਟਵਾਰ ਕੀਤਾ ਗਿਆ ਸੀ ਸਿਰਸਾ ਦੁਆਰਾ ਤੇ ਸਿਰਸਾ ਨੇ ਕਿਹਾ ਕਿ ਸੀਐਮ ਨੂੰ ਮਾਫੀ ਤਾਂ ਮੰਗਣੀ ਚਾਹੀਦੀ ਹੈ, ਇਹਦੇ ਨਾਲ ਹੀ ਮੁੱਖ ਮੰਤਰੀ ਨੂੰ ਕੁਰਸੀ ਵੀ ਛੱਡ ਦੇਣੀ ਚਾਹੀਦੀ ਹੈ। ਤਾਂ ਸਿਰਸਾ ਨੇ ਕਿਹਾ ਕਿ ਤ੍ਰਿਪੁਰਾ ਦੇ ਸੀਐਮ ਨੂੰ ਹੁਣ ਕੁਰਸੀ ਛੱਡ ਦੇਣੀ ਚਾਹੀਦੀ ਹੈ। ਪਹਿਲਾਂ ਉਹਨਾਂ ਨੂੰ ਸਭ ਕੁਝ ਪੜ੍ਹ ਲਿਖ ਕੇ ਆਉਣਾ ਚਾਹੀਦਾ ਹੈ, ਉਸ ਤੋਂ ਬਾਅਦ ਦੁਬਾਰਾ ਉਹਨਾਂ ਨੂੰ ਕੁਰਸੀ ਮਿਲਣੀ ਚਾਹੀਦੀ ਹੈ। ਮਾਫੀ ਦੀ ਮੰਗ ਦੇ ਨਾਲ ਉਹਨਾਂ ਨੂੰ ਬਰਖਾਸਤ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਹੈ। ਹੋਰ ਕੀ ਕੁਝ ਕਿਹਾ ਮਨਜਿੰਦਰ ਸਿੰਘ ਸਿਰਸਾ ਨੇ, ਆਓ ਸੁਣਦੇ ਹਾਂ। ਬਿਪਲਬ ਦੇਵ ਜੋ ਕਿ ਤ੍ਰਿਪੁਰਾ ਦੇ ਮੁੱਖ ਮੰਤਰੀ ਆ, ਜਿਹੜੇ ਉਹਨਾਂ ਸਿੱਖਾਂ ਦੇ ਬਾਰੇ ਚ ਟਿੱਪਣੀ ਕੀਤੀ ਉਹ ਬੜੀ ਇਤਰਾਜ਼ਯੋਗ ਆ। ਇਹ ਕਹਿ ਦੇਣਾ ਕਿ ਸਿੱਖ ਬੜੇ ਦਲੇਰ ਨੇ, ਦਰਿਆਦਿਲ ਵੀ ਨੇ, ਪਰ ਉਹਨਾਂ ਦੇ ਕੋਲ ਘੱਟ ਦਿਮਾਗ ਆ, ਇਹ ਬੜੇ ਹੀ ਨਿੰਦਕਯੋਗ ਸ਼ਬਦ ਨੇ। ਬਿਪਲਬ ਦੇਵ ਦੇ ਖੁਦ ਨੂੰ ਮੈਨੂੰ ਲੱਗਦਾ ਨਾ ਇਤਿਹਾਸ ਦੀ ਜਾਣਕਾਰੀ ਆ, ਨਾ ਉਹਨਾਂ ਨੂੰ ਕਿਤਾਬਾਂ ਦੀ ਜਾਣਕਾਰੀ ਆ। ਇਹੀ ਕਾਰਨ ਆ, ਅਗਰ ਦਿਮਾਗ ਦੀ ਕਮੀ ਕਿਸੇ ਕੋਲ ਆ ਤਾਂ ਬਿਪਲਬ ਦੇਵ ਕੋਲ ਆ, ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਗੁਰਤੇਜ ਸਿੰਘ ਵਰਗੇ ਸਿੱਖ ਵੀ ਨੇ ਜਿਨ੍ਹਾਂ ਦੇ ਨਾਮ ਤੇ ਥਾਮਸ ਐਡੀਸਨ ਤੋਂ ਵੀ ਜ਼ਿਆਦਾ ਪੇਟੈਂਟ ਨੇ। ਮੈਂ ਫੇਰ ਕਲੈਰੀਫਾਈ ਕਰਦਾ, ਥਾਮਸ ਐਡੀਸਨ ਤੋਂ ਵੀ ਜ਼ਿਆਦਾ ਪੇਟੈਂਟ ਅਗਰ ਕਿਸੇ ਨਾਮ ਨੇ ਤਾਂ ਉਹ ਸਿੱਖ ਗੁਰਤੇਜ ਸਿੰਘ ਦੇ ਨਾਮ ਤੇ ਆ। ਅੱਜ ਮੁੱਖ ਮੰਤਰੀ ਸਾਹਿਬ ਨੂੰ ਆਪਣੀ ਕੁਰਸੀ ਛੱਡਣੀ ਚਾਹੀਦੀ ਆ। ਉਹਨਾਂ ਕੋਲ ਦਿਮਾਗ ਦੀ ਕਮੀ ਆ, ਉਹਨਾਂ ਨੂੰ ਪੜ੍ਹ ਲਿਖ ਕੇ ਤੇ ਦੁਬਾਰਾ ਆ ਕੇ ਇੱਥੇ ਬੈਠਣਾ ਚਾਹੀਦਾ ਹੈ ਤਾਂ ਕਿ ਉਹਨਾਂ ਨੂੰ ਇਤਿਹਾਸ ਦਾ, ਫੈਕਟਸ ਦੀ ਪੂਰੀ ਜਾਣਕਾਰੀ ਹੋਵੇ। ਮੈਂ ਬਿਪਲਬ ਦੇਵ ਨੂੰ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਤੁਸੀਂ ਇਸ ਆਪਣੇ ਇਤਰਾਜ਼ਯੋਗ ਅਲਫਾਜ਼ਾਂ ਵਾਸਤੇ ਇਹਨਾਂ ਨੂੰ ਵਾਪਸ ਲਓ ਔਰ ਇਹਦੇ ਵਾਸਤੇ ਮਾਫੀ ਵੀ ਮੰਗੋ ਔਰ ਆਪਣੀ ਗਿਆਨ ਦੇ ਅੰਦਰ ਵਾਧਾ ਕਰੋ, ਇਹ ਜਾਣ ਕੇ ਕਿ ਸਿੱਖਾਂ ਦੇ ਕੋਲ ਕੀ ਹੈਗਾ। ਔਰ ਤੁਸੀਂ ਹਰਿਆਣਾ ਦੇ ਜਾਟਾਂ ਦੇ ਬਾਰੇ ਚ ਕਦੀ ਕੁਝ ਬੋਲਦੇ ਜੇ, ਕਦੀ ਕਿਸੇ ਦੇ ਬਾਰੇ ਚ, ਇਹ ਬਹੁਤ ਹੀ ਨਿੰਦਣਯੋਗ ਹੈ। ਕਿਸੇ ਮੁੱਖ ਮੰਤਰੀ ਨੂੰ ਐਸਾ ਅਧਿਕਾਰ ਵੀ ਨਹੀਂ ਹੋਣਾ ਚਾਹੀਦਾ ਔਰ ਐਸੀ ਸ਼ੋਭਾ ਵੀ ਨਹੀਂ ਦਿੰਦਾ। ਇਸ ਕਰਕੇ ਬਿਪਲਬ ਦੇਵ ਨੂੰ ਮਾਫੀ ਮੰਗਣੀ ਚਾਹੀਦੀ ਆ ਔਰ ਆਪਣੇ ਅਲਫਾਜ਼ਾਂ ਨੂੰ ਦਰੁਸਤ ਵੀ ਕਰਨਾ ਚਾਹੀਦਾ ਹੈ।
ਤਾਂ ਪੰਜਾਬੀਆਂ ਨੇ ਆਪਣੇ ਜੋਸ਼ ਅਤੇ ਜਜ਼ਬੇ ਦੇ ਨਾਲ ਪੰਜਾਬ ਵਰਗੇ ਸੂਬੇ ਨੂੰ ਕਾਇਮ ਰੱਖਿਆ ਹੈ। ਸਗੋਂ ਪੰਜਾਬ ਹੀ ਨਹੀਂ, ਭਾਰਤ ਹੀ ਨਹੀਂ, ਸਗੋਂ ਵਿਦੇਸ਼ਾਂ ਦੇ ਵਿੱਚ ਵੀ ਜਾ ਕੇ ਝੰਡੇ ਗੱਡੇ ਨੇ। ਪਰ ਉਸ ਦੇ ਬਾਵਜੂਦ ਸਿੱਖਾਂ ਬਾਰੇ ਅਜਿਹੀ ਟਿੱਪਣੀ ਕਰਨੀ ਬਹੁਤ ਹੀ ਸ਼ਰਮਨਾਕ ਹੈ। ਤਾਂ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਤੋਂ ਅਮਨ ਅਰੋੜਾ ਨੇ, ਜਿਨ੍ਹਾਂ ਨੇ ਕੀ ਕਿਹਾ ਕਿ ਸਭ ਤੋਂ ਵੱਧ ਵਿਕਸਿਤ ਅਤੇ ਜਿਹੜੇ ਕਾਮਯਾਬੀ ਨੇ ਉਹ ਪੰਜਾਬੀ ਨੇ, ਅਤੇ ਬੀਜੇਪੀ ਤੋਂ ਪੁੱਛਿਆ ਕਿ ਬੀਜੇਪੀ ਦਾ ਇਹ ਆਫੀਸ਼ੀਅਲ ਸਟੈਂਡ ਹੈ ਜਾਂ ਫਿਰ ਨਹੀਂ, ਉਹਨਾਂ ਨੂੰ ਵੀ ਇਹ ਸਪਸ਼ਟ ਕਰ ਦੇਣਾ ਚਾਹੀਦਾ ਹੈ। ਇਹਦੇ ਨਾਲ ਹੀ ਅਮਨ ਅਰੋੜਾ ਨੇ ਵੀ ਤ੍ਰਿਪੁਰਾ ਦੇ ਸੀਐਮ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ ਤੇ ਸੁਖਬੀਰ ਬਾਦਲ ਨੂੰ ਇੱਕ ਬਹੁਤ ਹੀ ਜ਼ਿਆਦਾ ਤਿੱਖੇ ਸ਼ਬਦਾਂ ਦੇ ਵਿੱਚ ਟਿੱਪਣੀ ਕੀਤੀ ਹੈ। ਅਮਨ ਅਰੋੜਾ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਬੇਨਤੀ ਕੀਤੀ ਕਿ ਲੰਮੇ ਸਮੇਂ ਤੋਂ ਉਹ ਆਪਣੀ ਦਸਤਾਰ ਬੀਜੇਪੀ ਦੇ ਪੈਰਾਂ ਦੇ ਵਿੱਚ ਰੋਲ ਰੱਖੀ ਹੈ, ਉਹਨਾਂ ਨੇ ਦਸਤਾਰ ਤੇ ਹੁਣ ਉਹ ਰਹਿਮ ਕਰਨ। ਤਾਂ ਸੁਖਬੀਰ ਬਾਦਲ ਨੂੰ ਵੀ ਉਹਨਾਂ ਨੇ ਆੜੇ ਹੱਥੀ ਲਿਆ ਅਤੇ ਜਿਹੜੇ ਸੀਐਮ ਨੇ ਤ੍ਰਿਪੁਰਾ ਦੇ ਉਹਨਾਂ ਨੂੰ ਵੀ ਆੜੇ ਹੱਥੀ ਲਿਆ ਤੇ ਬਰਖਾਸਤ ਕਰਨ ਦੀ ਮੰਗ ਦੇ ਨਾਲ ਉਹਨਾਂ ਨੇ ਮਾਫੀ ਵੀ ਮੰਗਵਾਈ ਹੈ ਅਤੇ ਇਹ ਵੀ ਕਿਹਾ ਕਿ ਬੀਜੇਪੀ ਹੈ ਜਿਹੜਾ ਉਹ ਆਪਣਾ ਸਟੈਂਡ ਹੈ ਉਹ ਸਪਸ਼ਟ ਕਰੇ। ਤਾਂ ਸੁਣਦੇ ਹਾਂ ਹੋਰ ਕੀ ਕੁਝ ਕਿਹਾ ਅਮਨ ਅਰੋੜਾ ਨੇ। देखो, मैं समझदा कि कल जो त्रिपुरा के बीजेपी मुख मंत्री बिप्लब देव ने पंजाबी कम्युनिटी और सिख भाईचारे की समझदारी बारे, अकलमंदी बारे और उन्होंने इंटलैक्चुअल लेवल बारे गल की है, बहुत अनफॉर्चुनेट है। और इस तो एक गल तो सिद्ध हो गई है कि जिहड़ा बंदा मुख मंत्री के अहुदे ते पहुंच के अजिही गल किसी भाईचारे, किसी धर्म के खिलाफ बोलता है, वो आप किन्नी क अकल का मालक है, इस तो साबित हो जाता है, सिद्ध हो जाता है। और नाल ही मैं इन्हां नूं याद करवाउणा चाहूँगा, दसना चाहूँगा कि जिथे अज कल्ले पंजाब दा नहीं, पूरे मुल्क दा इतिहास है जिहड़ा ਉਹ ਸਾਡੇ ਪੰਜਾਬੀਆਂ ਦੀ ਬਹਾਦਰੀ ਦੇ ਨਾਲ, ਉਹਨਾਂ ਦੀ ਸ਼ੂਰਵੀਰਤਾ ਦੇ ਨਾਲ ਭਰਿਆ ਪਿਆ ਹੈ। ਔਰ ਅੱਜ ਜੇ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਜੇ ਕੋਈ ਜਾ ਕੇ ਸਭ ਤੋਂ ਵੱਧ ਕਾਮਯਾਬ ਕੌਮ ਕੋਈ ਹੈ ਤਾਂ ਉਹ ਪੰਜਾਬੀ ਨੇ ਤੇ ਸਾਡੇ ਸਿੱਖ ਵੀਰ ਨੇ। ਚਾਹੇ ਅਮਰੀਕਾ, ਕੈਨੇਡਾ, ਯੂਰਪੀਅਨ ਕੰਟਰੀਜ਼ ਦੀ ਗੱਲ ਕਰ ਲਈਏ ਤੇ ਉੱਥੇ ਜਾ ਕੇ ਚਾਹੇ ਬਿਜ਼ਨਸ ਹੈ, ਚਾਹੇ ਪੋਲਿਟਿਕਸ ਹੈ, ਚਾਹੇ ਕੋਈ ਖੇਤਰ ਹੈ, ਸਭ ਤੋਂ ਵੱਧ ਜੇ ਕਾਮਯਾਬੀ ਹਾਸਲ ਕੀਤੀ ਹੈ ਤਾਂ ਆਪਦੀ ਸਮਝਦਾਰੀ, ਆਪਦੀ ਦਿਆਨਤਦਾਰੀ, ਆਪਦੀ ਅਕਲ ਦੇ ਬਲ ਦੇ ਉੱਪਰ ਸਾਡੀ ਪੰਜਾਬੀ ਕਮਿਊਨਿਟੀ ਨੇ ਕੀਤੀ ਹੈ। ਔਰ ਦੂਜੀ ਗੱਲ मैं बीजेपी तो पूछना चाहूंगा कि की यह जो उन्होंने मुख मंत्री ने पंजाबियों की शान के खिलाफ कहा है, कि यह बीजेपी का ऑफिशियल स्टैंड है? जे ऑफिशियल स्टैंड नहीं है तो उन्होंने आपदे त्रिपुरा के मुख मंत्री को इमीडिएटली बर्खास्त करना चाहिए, उन्होंने अहुदे तो लांभे किया जाना चाहिए। और तीजी गल, मैं सरदार सुखबीर सिंह बादल जी नूं बेनती करूंगा कि बहुत लंबा समा हो गया, तुसी सिर्फ और सिर्फ आपदी राजनीतिक सांझ वास्ते और सिर्फ आपदी केंद्र दे विच वजारत बचा के रखण वास्ते तुसी बहुत लंबा समा पंजाबियां दी दस्तार है जिहड़ी वो बीजेपी दे पैरां दे विच रोल रखी है। किरपा करके इस दस्तार दे उपर थोड़ा बहुत रहम करो। ਤ੍ਰਿਪੁਰਾ ਦੇ ਸੀਐਮ ਨੇ ਆਖਿਰਕਾਰ ਅਜਿਹੀ ਟਿੱਪਣੀ, ਅਜਿਹੀ ਬਿਆਨਬਾਜ਼ੀ ਕੀਤੀ ਹੀ ਕਿਉਂ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਨਤਾ ਵੱਲੋਂ ਚੁਣੇ ਹੋਏ ਨੁਮਾਇੰਦੇ ਹੀ ਬਾਅਦ ਵਿੱਚ ਜਾ ਕੇ ਜਨਤਾ ਨੂੰ ਠੇਸ ਪਹੁੰਚਾਉਂਦੇ ਨੇ ਕਿ ਇਹਨਾਂ ਨੂੰ ਇਸੇ ਕਰਕੇ ਇੰਨੀ ਉੱਚ ਪਦਵੀ ਤੇ ਬਿਠਾਇਆ ਹੋਇਆ ਸੀ ਕਿ ਅਸੀਂ ਇਹਨਾਂ ਤੋਂ ਕੁਝ ਵੀ ਸੁਣ ਸਕੀਏ ਜਾਂ ਫਿਰ ਇਹਨਾਂ ਨੂੰ ਕੁਝ ਵੀ ਬੋਲਣ ਦਾ ਹੱਕ ਦੇ ਦਿੱਤਾ ਗਿਆ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਤੋਂ ਹੀ ਭਗਵੰਤ ਮਾਨ ਨੇ ਵੀ ਕੜੇ ਸ਼ਬਦਾਂ ਦੇ ਵਿੱਚ ਇਸ ਦੀ ਨਿੰਦਾ ਕੀਤੀ ਅਤੇ ਪੰਜਾਬੀਆਂ ਨੂੰ ਭਗਵੰਤ ਮਾਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਹਦੇ ਨਾਲ ਹੀ ਜਿੱਥੇ ਤੱਕ ਹੁਣ ਤੱਕ ਪੰਜਾਬੀ ਪਹੁੰਚੇ ਨੇ ਉਹ ਸਾਰੀਆਂ ਉਪਲਬਧੀਆਂ ਵੀ ਗਿਣਵਾਈਆਂ ਨੇ। ਇਹਦੇ ਨਾਲ ਭਗਵੰਤ ਮਾਨ ਨੇ ਬੀਜੇਪੀ ਨੂੰ ਆਪਣਾ ਜਿਹੜਾ ਸਟੈਂਡ ਹੈ ਉਹ ਸਪਸ਼ਟ ਕਰਨ ਲਈ ਕਿਹਾ। ਉਹਨਾਂ ਨੇ ਕਿਹਾ ਕਿ ਜੇਕਰ ਉਹ ਆਪਣਾ ਸਟੈਂਡ ਸਪਸ਼ਟੀਕਰਨ ਨਹੀਂ ਕਰਦੇ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਬੀਜੇਪੀ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੂਰੀ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਭਗਵੰਤ ਮਾਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਤ੍ਰਿਪੁਰਾ ਦੇ ਬੀਜੇਪੀ ਦੇ ਮੁੱਖ ਮੰਤਰੀ ਬਿਪਲਬ ਦੇਵ ਦਾ ਬਹੁਤ ਹੀ ਘਟੀਆ, ਦੁਖਦਾਇਕ ਤੇ ਦਿਲਾਂ ਨੂੰ ਠੇਸ ਪਹੁੰਚਾਉਣ ਵਾਲਾ ਬਿਆਨ ਸਾਹਮਣੇ ਆਇਆ। ਉਹਨਾਂ ਨੇ ਪੰਜਾਬੀਆਂ ਤੇ ਹਰਿਆਣਵੀਆਂ ਬਾਰੇ ਇੱਕ ਕਮੈਂਟ ਕੀਤਾ ਕਿਸੇ ਫੰਕਸ਼ਨ 'ਚ। ਅਸਲ 'ਚ ਉਹ ਬੀਜੇਪੀ ਦੀ ਸੋਚ ਹੀ ਸਾਹਮਣੇ ਆਈ ਹੈ, ਜਿਹੜੀ ਮਾਨਸਿਕਤਾ ਉਹਨਾਂ ਦੀ ਜਿਹੜੀ ਹੈ ਉਹ ਮਿਨੋਰਟੀਜ਼ ਪ੍ਰਤੀ, ਜੋ ਪਿਛਲੇ ਕਈ ਸਾਲਾਂ ਤੋਂ ਜੋ ਉਹ ਸੈਂਟਰ ਦੇ ਵਿੱਚ ਰਾਜ ਦੇ ਵਿੱਚ ਆਏ ਨੇ, ਸੱਤਾ 'ਚ ਆਏ ਨੇ, ਉਦੋਂ ਤੋਂ ਜਿਹੜੀ ਸਾਹਮਣੇ ਆ ਰਹੀ ਹੈ। ਤ੍ਰਿਪੁਰਾ ਦੇ ਮੁੱਖ ਮੰਤਰੀ ਨੇ ਕਮੈਂਟ ਕਰਦੇ ਹੋਏ ਕਿਹਾ ਕਿ ਪੰਜਾਬੀ ਕੌਮ ਜਿਹੜੀ ਹੈ, ਸਿੱਖ ਕੌਮ ਜਿਹੜੀ ਹੈ, ਉਹ ਸਰੀਰਕ ਤੌਰ ਤੇ ਬਹੁਤ ਸਟਰੋਂਗ ਹੈ, ਬਹੁਤ ਤਕੜੇ ਨੇ, ਪਰ ਉਹਨਾਂ ਨੂੰ ਅਕਲ ਘੱਟ ਹੁੰਦੀ ਹੈ। ਬਿਲਕੁਲ ਇਹੀ ਉਹਨਾਂ ਨੇ ਹਰਿਆਣਵੀ ਜਾਟ ਭਾਈਆਂ ਬਾਰੇ ਕਿਹਾ ਕਿ ਉਹ ਵੀ ਸਰੀਰਕ ਤੌਰ ਤੇ ਬਹੁਤ ਤਕੜੇ ਹੁੰਦੇ ਨੇ, ਪਰ ਉਹਨਾਂ ਨੂੰ ਵੀ ਅਕਲ ਘੱਟ ਹੁੰਦੀ ਹੈ, ਉਹਨਾਂ ਦਾ ਦਿਮਾਗ ਘੱਟ ਹੁੰਦਾ। ਮੈਂ ਤ੍ਰਿਪੁਰਾ ਦੇ ਮੁੱਖ ਮੰਤਰੀ ਜੀ ਨੂੰ ਇਹ ਦੱਸ ਦੇਣਾ ਚਾਹੁੰਦਾ
ਕਿ ਜਿਸ ਕਮਿਊਨਿਟੀ ਬਾਰੇ, ਜਿਸ ਕੌਮ ਬਾਰੇ ਤੁਸੀਂ ਕਮੈਂਟ ਕਰ ਰਹੇ ਹੋ, ਜੇ ਉਹ 90% ਕੁਰਬਾਨੀਆਂ ਨਾ ਦਿੰਦੀ ਤਾਂ ਸ਼ਾਇਦ ਤੁਸੀਂ ਵੀ ਅੱਜ ਤ੍ਰਿਪੁਰਾ ਦੇ ਮੁੱਖ ਮੰਤਰੀ ਨਾ ਹੁੰਦੇ, ਕਿਉਂਕਿ ਇਹ ਦੇਸ਼ ਅੰਗਰੇਜ਼ਾਂ ਦੇ ਅਧੀਨ ਗੁਲਾਮ ਹੁੰਦਾ। ਸੋ ਆਜ਼ਾਦੀ ਦੇ ਵਿੱਚ 90% ਕੁਰਬਾਨੀਆਂ ਪੰਜਾਬੀਆਂ ਦੀਆਂ ਨੇ, ਭਾਵੇਂ ਉਹ 1857 ਦੇ ਗਦਰ ਤੋਂ ਸ਼ੁਰੂ ਕਰ ਲਈਏ, ਗਦਰੀ ਬਾਬਿਆਂ ਤੋਂ, ਸ਼ਹੀਦ ਆਜ਼ਮ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਜਾਂ ਹੋਰ ਹਜ਼ਾਰਾਂ ਅਣਗਿਣਤ ਇਸ ਤਰ੍ਹਾਂ ਦੇ ਸ਼ਹੀਦ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਆਪਣੀ ਜਾਨ ਦਿੱਤੀ ਹੈ, ਕੁਰਬਾਨੀਆਂ ਦਿੱਤੀਆਂ ਨੇ, ਤਸੀਹੇ ਝੱਲੇ ਨੇ। ਅੱਜ ਵੀ ਸਾਡੇ ਜਿਹੜੇ ਪੰਜਾਬੀ ਹਰਿਆਣਵੀ ਨੌਜਵਾਨ ਨੇ ਉਹ ਬਾਰਡਰ ਦੇ ਉੱਤੇ ਹਿੱਕਾਂ ਡਾਈ ਬੈਠੇ ਨੇ। ਜਦੋਂ ਮੁੱਖ ਮੰਤਰੀ ਸਾਹਿਬ ਤੁਸੀਂ ਸਰਦੀਆਂ ਦੇ ਵਿੱਚ ਹੀਟਰ ਲਾ ਕੇ ਆਪਣੇ ਕਮਰੇ ਸੁੱਤੇ ਪਏ ਹੁੰਦੇ ਹੋ, ਉਸ ਵੇਲੇ ਸਾਡੇ ਜਿਹੜੇ ਨੌਜਵਾਨ ਨੇ ਫੌਜੀ, ਉਹ ਕਾਰਗਿਲ ਦੇ ਵਿੱਚ -40 ਡਿਗਰੀ ਟੈਂਪਰੇਚਰ ਦੇ ਵਿੱਚ ਦੁਸ਼ਮਣਾਂ ਤੋਂ ਸਾਡੀ ਰਾਖੀ ਕਰ ਰਹੇ ਹੁੰਦੇ ਨੇ। ਜਦੋਂ ਤੁਸੀਂ ਏਸੀ ਲਾ ਕੇ ਪਏ ਹੁੰਦੇ ਹੋ, ਉਦੋਂ ਉਹ ਜੈਸਲਮੇਰ ਦੇ, ਬੀਕਾਨੇਰ ਦੇ, ਗੰਗਾਨਗਰ ਦੇ ਟਿੱਬਿਆਂ 'ਚ +50 ਡਿਗਰੀ ਟੈਂਪਰੇਚਰ ਦੇ ਵਿੱਚ ਦੁਸ਼ਮਣ ਤੋਂ ਸਾਡੀ ਰੱਖਿਆ ਕਰ ਰਹੇ ਹੁੰਦੇ ਨੇ। ਹੁਣੇ ਜੋ ਚੀਨ ਦੇ ਬਾਰਡਰ ਤੇ ਹੋਇਆ, ਜੋ ਇੱਕ ਪੰਜਾਬੀ ਨੌਜਵਾਨ ਨੇ ਉੱਥੇ ਬਹਾਦਰੀ ਦਿਖਾਈ ਹੈ, ਕੱਲੇ ਨਹੀਂ 15-16 ਚੀਨ ਦੇ ਦੁਸ਼ਮਣ ਦੇ ਫੌਜੀਆਂ ਨੂੰ ਮਾਰ ਕੇ ਫਿਰ ਉਹ ਤੋਂ ਬਾਅਦ ਸ਼ਹੀਦੀ ਦਾ ਜਾਮਾ ਪੀਤਾ ਹੈ। ਤਾਂ ਕਿਰਪਾ ਕਰਕੇ ਇਹੋ ਜਿਹੇ ਕਮੈਂਟ ਕਰਨ ਤੋਂ ਪਹਿਲਾਂ ਆਪਣੀ ਆਤਮਾ ਨਾਲ, ਜੇ ਹੈ ਥੋੜੀ ਬਹੁਤ ਜ਼ਮੀਰ, ਉਹਦੇ ਨਾਲ ਗੱਲ ਕਰ ਲਿਆ ਕਰੋ। ਅਸੀਂ ਇਹ ਮੰਗ ਕਰਦੇ ਹਾਂ ਬੀਜੇਪੀ ਤੋਂ ਕਿ ਤੁਰੰਤ ਤ੍ਰਿਪੁਰਾ ਦੇ ਮੁੱਖ ਮੰਤਰੀ ਨੂੰ ਉਹਦੇ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ। ਤੇ ਜੇ ਇਹ ਆਫੀਸ਼ੀਅਲ ਬਿਆਨ ਹੈ, ਜੇ ਬੀਜੇਪੀ ਦੇ ਇਸ ਬਿਆਨ ਨਾਲ ਸਹਿਮਤੀ ਰੱਖਦੀ ਹੈ, ਤਾਂ ਬੀਜੇਪੀ ਖੁਦ ਆਪਣਾ ਸਟੈਂਡ ਸਪਸ਼ਟ ਕਰੇ। ਨਹੀਂ ਤਾਂ ਇਹਦੇ ਵਿੱਚ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਸਲਾ ਜਿਹੜਾ ਬਹੁਤ ਭਖੂਗਾ। ਤੇ ਆਪਦੀ ਆਤਮ सम्मान की रक्षा वास्ते ਜਿਹੜੇ पंजाबी ने ਜਾਂ हरियाणवी ने ਅਸੀਂ जिस ਲੈਵਲ ਤੇ भी जाना पे ਅਸੀਂ ਜਾਵਾਂਗੇ, पर ਅਸੀਂ बीजेपी ਦੀ ਇਸ ਤਰ੍ਹਾਂ ਦੀ ਜਿਹੜੀ ਘਟੀਆ ਸੋਚ ਹੈ ਇਹ ਦੇਸ਼ ਦੇ ਵਿੱਚ ਅਸੀਂ ਪਣਪਣ ਨਹੀਂ ਦੇਵਾਂਗੇ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਤਾਂ ਇਹਨਾਂ ਕੁਝ ਹੋਣ ਤੋਂ ਬਾਅਦ ਸਿਆਸਤ ਦੇ ਵਿੱਚ ਗਰਮਾਹਟ ਆਉਣਾ ਤਾਂ ਲਾਜ਼ਮੀ ਸੀ। ਤਾਂ ਇਸ ਤੋਂ ਬਾਅਦ ਜਿਹੜੇ ਤ੍ਰਿਪੁਰਾ ਦੇ ਸੀਐਮ ਨੇ ਉਹਨਾਂ ਨੇ ਮਾਫੀ ਮੰਗ ਲਈ ਹੈ। ਮਾਫੀ ਦੇ ਵਿੱਚ ਉਹਨਾਂ ਦਾ ਕਹਿਣਾ ਸੀ ਕਿ ਪੰਜਾਬੀ ਅਤੇ ਜਾਟ ਭਾਈਚਾਰੇ ਤੇ ਵਿਵਾਦਿਤ ਬਿਆਨ ਦੇਣ ਵਾਲੇ ਸੀਐਮ ਨੇ ਸਫਾਈ ਦਿੱਤੀ। ਸਫਾਈ ਦਿੰਦੇ ਹੋਏ ਉਹਨਾਂ ਨੇ ਇਹੀ ਕਿਹਾ ਕਿ ਅਗਰਤਲਾ ਪ੍ਰੈਸ ਕਲੱਬ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਮੈਂ ਆਪਣੇ ਪੰਜਾਬੀ ਅਤੇ ਜਾਟ ਭਰਾਵਾਂ ਬਾਰੇ ਕੁਝ ਲੋਕਾਂ ਦੀ ਸੋਚ ਦਾ ਜ਼ਿਕਰ ਕੀਤਾ ਸੀ। ਉਹਨਾਂ ਨੇ ਇਹ ਸਫਾਈ ਦਿੰਦੇ ਹੋਏ ਕਿਹਾ ਕਿ ਮੈਂ ਕੁਝ ਲੋਕਾਂ ਦੀ ਸੋਚ ਦਾ ਜ਼ਿਕਰ ਕਰਦਾ ਸੀ, ਜਦੋਂ ਕਿ ਦੂਸਰੇ ਪਾਸੇ ਦੇਖਿਆ ਜਾਵੇ ਬਿਆਨ ਦੇ ਵਿੱਚ ਤਾਂ ਸਾਫ਼ ਤੌਰ ਤੇ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਹਰਿਆਣਵੀ ਜਾਟਾਂ ਬਾਰੇ ਕੁਝ ਦੱਸਣਾ ਚਾਹੁੰਦਾ ਹਾਂ। ਇਹ ਲਾਈਨ ਵੀ ਉਹਨਾਂ ਨੇ ਉੱਥੇ ਵਰਤੀ ਸੀ। ਤੁਸੀਂ ਸਾਫ਼ ਤੌਰ ਤੇ ਉਹਨਾਂ ਦੇ ਬਿਆਨ ਦੇ ਵਿੱਚ ਇਹ ਲਾਈਨ ਸੁਣੀ ਹੋਣੀ ਹੈ। ਉਹਨਾਂ ਨੇ ਕਿਹਾ ਕਿ ਮੇਰੀ ਧਾਰਨਾ ਕਿਸੇ ਵੀ ਸਮਾਜ ਨੂੰ ਠੇਸ ਪਹੁੰਚਾਉਣ ਦੀ ਨਹੀਂ ਸੀ, ਪਰ ਸਾਰੇ ਪੰਜਾਬੀਆਂ ਦੀ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਨੂੰ ਠੇਸ ਪਹੁੰਚੀਆਂ। ਮਨਜਿੰਦਰ ਸਿੰਘ ਸਿਰਸਾ ਨੇ ਉਹਨਾਂ ਨੂੰ ਬਰਖਾਸਤ ਕਰਨ ਲਈ ਕਿਹਾ। ਇਹ ਵੀ ਕਿਹਾ ਕਿ ਉਹ ਪਹਿਲਾਂ ਪੜ੍ਹ ਲਿਖ ਕੇ ਆਣ, ਉਸ ਤੋਂ ਬਾਅਦ ਉਹ ਕੁਰਸੀ ਤੇ ਆ ਕੇ ਬੈਠਣ। ਅਗਲੀ ਗੱਲ ਕਰੀਏ ਤਾਂ ਸੀਐਮ ਬਿਪਲਬ ਕੁਮਾਰ ਦੇਵ ਨੇ ਕਿਹਾ ਕਿ ਮੈਨੂੰ ਪੰਜਾਬੀ ਅਤੇ ਜਾਟ ਦੋਹਾਂ ਭਾਈਚਾਰਿਆਂ ਤੇ ਮਾਣ ਹੈ, ਹੋਣਾ ਵੀ ਚਾਹੀਦਾ। ਮੈਂ ਖੁਦ ਵੀ ਕਾਫੀ ਸਮੇਂ ਤੱਕ ਇਹਨਾਂ ਦੇ ਵਿੱਚ ਰਿਹਾ ਹਾਂ। ਮੇਰੇ ਕਈ ਅਪਿਨ ਦੋਸਤ ਇਸੇ ਸਮਾਜ ਤੋਂ ਆਉਂਦੇ ਹਨ। ਜੇਕਰ ਮੇਰੇ ਬਿਆਨ ਦੇ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਸ ਦੇ ਲਈ ਮੈਂ ਵਿਅਕਤੀਗਤ ਰੂਪ ਦੇ ਨਾਲ ਮਾਫੀ ਮੰਗਦਾ ਹਾਂ। ਤਾਂ ਮਾਫੀ ਤਾਂ ਮੰਗ ਲਈ ਗਈ ਹੈ, ਪਰ ਇਸ ਦੇ ਬਾਵਜੂਦ ਵੀ ਮਨਜਿੰਦਰ ਸਿੰਘ ਸਿਰਸਾ ਹੋਣ, ਚਾਹੇ ਅਮਨ ਅਰੋੜਾ ਜਾਂ ਫਿਰ ਭਗਵੰਤ ਮਾਨ ਹੋਣ, ਉਹਨਾਂ ਦਾ ਕਹਿਣਾ ਹੈ ਕਿ ਤ੍ਰਿਪੁਰਾ ਦੇ ਸੀਐਮ ਨੇ ਜਿਹੜੇ ਉਹਨਾਂ ਨੂੰ ਬਰਖਾਸਤ ਕਰ ਦੇਣਾ ਚਾਹੀਦਾ। ਇਹਦੇ ਨਾਲ ਹੀ ਉਹਨਾਂ ਨੇ ਬੀਜੇਪੀ ਦਾ ਵੀ ਸਪਸ਼ਟੀਕਰਨ ਮੰਗਿਆ ਕਿ ਆਖਿਰਕਾਰ ਉਹਨਾਂ ਦਾ ਇਸ ਤੇ ਕੀ ਕਹਿਣਾ, ਉਹਨਾਂ ਦਾ ਇਸ ਗੱਲ ਤੇ ਕੀ ਸਟੈਂਡ ਹੈ, ਕਿਉਂਕਿ ਨਹੀਂ ਤਾਂ ਜੇਕਰ ਉਹ ਇਹਦਾ ਸਾਥ ਦਿੰਦੇ ਨੇ ਤਾਂ ਉਹਨਾਂ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਭਰਪਾਈ ਕਰਨੀ ਪਵੇਗੀ। ਹੁਣ ਦੇਖਣਾ ਹੋਵੇਗਾ ਕਿ ਸਿੱਖਾਂ ਨੂੰ ਇਹਨਾਂ ਦੀ ਮੁਆਫੀ ਦੇ ਨਾਲ ਹੀ ਸ਼ਾਂਤੀ ਮਿਲ ਜਾਂਦੀ ਹੈ ਜਾਂ ਫਿਰ ਉਹ ਕਹਿਣਗੇ ਕਿ ਇਸ ਤੇ ਕੋਈ ਹੋਰ ਵੱਡਾ ਐਕਸ਼ਨ ਲਿਆ ਜਾਵੇ। ਇਹ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੀ ਸਾਫ਼ ਹੋਣਾ ਹੈ। ਤਾਂ ਅਸੀਂ ਹਾਜ਼ਰ ਹੋਵਾਂਗੇ ਇਸ ਖਬਰ ਤੇ ਹੋਰ ਅਪਡੇਟ ਲੈ ਕੇ। ਤੁਸੀਂ ਦੇਖਦੇ ਰਹੋ ਰੋਜ਼ਾਨਾ ਸਪੋਕਸਮੈਨ। ਮੈਨੂੰ ਦਿਓ ਇਜਾਜ਼ਤ। ਧੰਨਵਾਦ।